ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਆਪਾਂ ਕਰ ਰਹੇ ਸੀ ਚੈਪਟਰ ਐਟਮਸ, ਜੋ ਕਿ ਐਟਮਸ ਐਂਡ ਨਿਊਕਲੀਆਈ ਯੂਨਿਟ ਦਾ ਪਹਿਲਾ ਚੈਪਟਰ ਹੈ। ਸੋ ਇਹਦੇ ਵਿੱਚ ਆਪਾਂ ਫਰਸਟ ਚੈਪਟਰ ਸਟਾਰਟ ਕੀਤਾ ਹੋਇਆ ਹੈ। ਸੋ ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਅਬਾਊਟ ਦਾ ਬੋਹਰਸ ਮਾਡਲ ਆਫ ਹਾਈਡਰੋਜਨ ਐਟਮ। ਸੋ ਆਪਾਂ ਮਾਡਲ ਪਹਿਲੇ ਵੀ ਡਿਸਕਸ ਕਰ ਚੁੱਕੇ ਸੀ। ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀ ਗੱਲ ਕੀਤੀ, ਆਪਾਂ ਦੇਖਿਆ ਕਿ ਆਪਾਂ ਰੇਡੀਅਸ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਰੇਡੀਅਸ ਆਫ ਬੋਹਰਸ ਸਟੇਸ਼ਨਰੀ ਆਰਬਿਟ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਆਪਾਂ ਵੈਲੋਸਿਟੀ ਰਿਵੋਲਵਿੰਗ ਇਲੈਕਟ੍ਰੋਨ ਦੀ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਔਰ ਆਪਾਂ ਉਹਦਾ ਐਕਸਪ੍ਰੈਸ਼ਨ ਵੀ ਦੇਖਿਆ। ਦੈਨ ਫ੍ਰੀਕੁਐਂਸੀ ਆਫ ਰਿਵੋਲਵਿੰਗ ਇਲੈਕਟ੍ਰੋਨ ਇਨ ਦਾ ਸਟੇਸ਼ਨਰੀ ਆਰਬਿਟ, ਔਰ ਐਂਡ ਤੇ ਆਪਾਂ ਟੋਟਲ એનર્ਜੀ ਵੀ ਕੈਲਕੂਲੇਟ ਕੀਤੀ ਕਿ ਜਿਹੜਾ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਹੈ ਕਿਸੇ ਸਟੇਸ਼ਨਰੀ ਆਰਬਿਟ ਦੇ ਵਿੱਚ ਅਰਾਊਂਡ ਦਾ ਨਿਊਕਲੀਅਸ, ਉਹਦੀ ਟੋਟਲ એનર્ਜੀ ਕਿੰਨੀ ਹੁੰਦੀ ਹੈ। ਐਂਡ ਪਾਰਟਿਕੂਲਰਲੀ ਆਪਾਂ ਹਾਈਡਰੋਜਨ ਐਟਮ ਦੇ ਲਈ ਵੀ ਉਹਦਾ ਐਕਸਪ੍ਰੈਸ਼ਨ ਦੇਖਿਆ ਕਿ ਹਾਈਡਰੋਜਨ ਐਟਮ ਦੇ ਕੇਸ ਦੇ ਵਿੱਚ ਜੋ ਇੱਕ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਹੈ ਉਹਦੀ ਟੋਟਲ એનર્ਜੀ ਕਿੰਨੀ ਹੋਏਗੀ। ਟੋਟਲ ਮੀਨਸ ਕਾਈਨੈਟਿਕ ਪਲੱਸ ਪੋਟੈਂਸ਼ੀਅਲ એનર્ਜੀਜ਼। ਦੈਨ ਲਾਸਟ ਤੇ ਆਪਾਂ ਡਿਸਕਸ ਕੀਤਾ ਸੀ ਅਬਾਊਟ ਦਾ origin ਆਫ ਸਪੈਕਟਰਲ ਲਾਈਨਸ, ਮਤਲਬ ਬੋਹਰ ਨੇ ਕਿੱਦਾਂ ਐਕਸਪਲੇਨੇਸ਼ਨ ਦਿੱਤੀ ਕਿ ਜਿਹੜੀਆਂ ਸਪੈਕਟਰਲ ਲਾਈਨ ਸੀ ਕਿੱਦਾਂ ਓਰੀਜਿਨੇਟ ਹੋ ਰਹੀਆਂ ਸੀ। ਸੋ ਉਹਦੇ ਵਿੱਚ ਆਪਾਂ ਕੀ ਹੈ, ਬੋਹਰਸ ਦੇ ਕੁਝ ਪੁਆਇੰਟਸ ਯੂਜ਼ ਕਰਕੇ ਜੋ ਬੋਹਰ ਵੱਲੋਂ ਦਿੱਤੇ ਗਏ ਸੀ, ਆਪਾਂ ਫਾਰਮੂਲਾ ਡਿਰਾਈਵ ਕੀਤਾ ਸੀ, ਜੋ ਕਿ ਪਹਿਲੇ ਕਿਹਦੇ ਵੱਲੋਂ ਦਿੱਤਾ ਗਿਆ, ਆਪਾਂ ਸਾਇੰਟਿਸਟ ਪੜ੍ਹੇ ਸੀ ਲਾਈਮਨ, ਬਾਲਮਰ, ਪੈਸਟਨ। ਸੋ ਉਹੀ ਜਿਹੜਾ ਫਾਰਮੂਲਾ ਸੀ ਆਪਣੇ ਕੋਲ ਕੀ ਹੈ ਜਨਰਲ ਫਾਰਮ ਦੇ ਵਿੱਚ ਡਿਰਾਈਵ ਹੋ ਗਿਆ ਸੀ। ਸੋ ਨੈਕਸਟ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਸੋ ਜਿਵੇਂ ਕਿ ਲਾਸਟ ਟੌਪਿਕ ਆਪਣਾ ਸੀਗਾ origin ਆਫ ਸਪੈਕਟਰਲ ਲਾਈਨਸ, ਦੈਨ ਉਹਦੀ ਕੀ ਹੈ ਐਕਸਪਲੇਨੇਸ਼ਨ ਦਿੱਤੀ ਬੋਹਰ ਨੇ। ਸੋ ਆਪਾਂ ਹੁਣ ਅੱਗੇ ਪੜ੍ਹਨ ਜਾ ਰਹੇ ਹਾਂ ਦਾ ਐਕਸਪਲੇਨੇਸ਼ਨ ਬਾਏ ਬੋਹਰ। ਐਕਸਪਲੇਨੇਸ਼ਨ ਕਿਹਦੀ ਹੈ, ਸਪੈਕਟਰਲ ਲਾਈਨਸ ਦੀ। ਸੋ ਦਿੱਤੀ ਕਿਹਨੇ, ਬੋਹਰ ਨੇ। ਸੋ ਐਕਸਪਲੇਨੇਸ਼ਨ ਆਫ ਸਪੈਕਟਰਲ ਲਾਈਨਸ ਬਾਏ ਬੋਹਰ। ਸੋ ਸਪੈਕਟਰਲ ਲਾਈਨਸ, ਸੋ ਕਿਹੜੀਆਂ ਸਪੈਕਟਰਲ ਲਾਈਨਸ ਦੀ ਗੱਲ ਕਰ ਰਹੇ ਹਾਂ ਇਨ ਕੇਸ ਆਫ ਹਾਈਡਰੋਜਨ ਐਟਮ। ਸੋ ਇੱਥੇ ਮੈਂ ਮੈਂਸ਼ਨ ਨਹੀਂ ਕੀਤਾ, ਸੋ ਆਪਾਂ ਨੂੰ ਪਤਾ ਹੈ ਬਿਕਾਜ਼ ਆਪਾਂ ਬੋਹਰਸ ਮਾਡਲ ਆਫ ਹਾਈਡਰੋਜਨ ਐਟਮ ਹੀ ਪੜ੍ਹਿਆ ਹੈ। ਸੋ ਹੁਣ ਬੋਹਰਸ ਐਕਸਪਲੇਨੇਸ਼ਨ ਦੇਖ ਰਹੇ ਹਾਂ ਅਬਾਊਟ ਦਾ ਸਪੈਕਟਰਲ ਲਾਈਨਸ। ਬਹੁਤ ਈਜ਼ੀ ਜਿਹਾ ਟੌਪਿਕ ਹੈ, ਜਸਟ ਬਹੁਤ ਜ਼ਿਆਦਾ ਇਹਦੇ ਵਿੱਚ ਕੁਝ ਖਾਸ ਕਰਨ ਵਾਲਾ ਨਹੀਂ। ਸੋ ਆਪਾਂ ਦੇਖਾਂਗੇ ਕੀ ਐਕਸਪਲੇਨੇਸ਼ਨ ਦਿੱਤੀ ਗਈ। ਸੋ ਆਪਾਂ ਦੇਖਿਆ ਕਿ ਆਪਣੇ ਕੋਲ ਸੀਰੀਜ਼ ਨੇ ਲਾਈਮਨ ਸੀਰੀਜ਼, ਬਾਲਮਰ, ਪੈਸਟਨ, then ब्रैकेट एंड लास्ट पे है अपने को पीफन सीरीज। सो ये नाम ने साइंटिस्ट दे, सो उन्होंने नाम से ही की है सीरीज। सो बोहर्स मॉडल ऑफ एटम तो पहले आप की है ये सीरीज बारे पढ़ चुके हाँ, बट बोहर ने भी अपने पोस्टुलेट्स के थ्रू अपनी मतलब इन्नी सारी स्टडी करने तो बाद जो उन्हें पोस्टुलेट्स दिते और उस तो बाद जो फॉर्मूला डिराइव किया उन्हें अबाउट दी स्पैक्टरल लाइनस, वो भी की सी बिल्कुल मैच कर रहा सी किहदे नाल जो इस साइंटिस्ट ने अपने वालों फॉर्मूला बनाया सी। सो हुण एक्सप्लेनेशन की है। सो बोहर के अकॉर्डिंगली ਹੁਣ ਲਾਈਮਨ ਸੀਰੀਜ਼ ਕਿੱਦਾਂ ਆਬਟੇਨ ਹੋਏਗੀ, ਜਦੋਂ ਕੋਈ ਇਲੈਕਟ੍ਰੋਨ ਹੈ ਕਿਸੇ ਬਾਹਰ ਵਾਲੀ ਆਰਬਿਟ ਦੇ ਵਿੱਚੋਂ ਜੰਪ ਕਰਕੇ ਕਿਹੜੀ ਆਰਬਿਟ 'ਚ ਆ ਰਿਹਾ ਹੈ, ਇਨ ਆਰਬਿਟ ਨੰਬਰ 1। ਤਾਂ ਆਪਣੇ ਕੋਲ ਜਿਹੜੀ ਲਾਈਨਸ ਆਉਣਗੀਆਂ ਉਹਨਾਂ ਨੂੰ ਆਪਾਂ ਕੀ ਬੋਲਾਂਗੇ, ਦੋਜ਼ ਸਪੈਕਟਰਲ ਲਾਈਨਸ, ਉਹ ਕਿਹਦੇ ਅੰਡਰ ਆਉਣਗੀਆਂ, ਦੈਟ ਵਿਲ ਬੀ ਕਾਲਡ ਐਜ਼ ਲਾਈਮਨ ਸੀਰੀਜ਼। ਮਤਲਬ ਕੋਈ ਇਲੈਕਟ੍ਰੋਨ ਹੈ ਬਾਹਰ ਵਾਲੇ ਆਰਬਿਟਸ ਦੇ ਵਿੱਚੋਂ ਜੰਪ ਕਰਕੇ ਕਿਸੇ ਵੀ ਆਰਬਿਟ 'ਚ ਹੋ ਸਕਦਾ ਹੈ, ਆ ਰਿਹਾ ਹੈ ਕਿੱਥੇ, ਫਰਸਟ ਆਰਬਿਟ ਦੇ ਵਿੱਚ, then that series, then that spectral line ਉਹ ਕਿਹੜੀ ਸੀਰੀਜ਼ ਦੇ ਅੰਦਰ ਆਏਗਾ, that will be Lyman series। ਔਰ ਇਹਦਾ ਫਾਰਮੂਲਾ ਵੀ ਦਿੱਤਾ ਗਿਆ ਸੀ, ਫਾਰਮੂਲਾ ਮੈਂ ਇੱਥੇ ਲਿਖਣ ਜਾ ਰਹੀ ਹਾਂ ਆਫ ਦਾ ਵੇਵ ਨੰਬਰ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ, ਨਿਊ ਬਾਰ ਇਜ਼ ਇਕੁਅਲ ਟੂ, ਇੱਥੇ ਹੈ ਰਿਡਬਰਗ ਕਾਂਸਟੈਂਟ। ਸੋ ਇਹ ਫਾਰਮੂਲਾ ਮੈਂ ਪਿਛਲੇ ਲੈਕਚਰ 'ਚ ਡਿਰਾਈਵ ਕਰਕੇ ਗਈ ਸੀ। ਰਿਡਬਰਗ ਕਾਂਸਟੈਂਟ ਬ੍ਰੈਕਟ 1/1 ਸਕੁਆਇਰ ਮਾਈਨਸ 1/k ਸਕੁਆਇਰ ਵਿਦ k ਦੀਆਂ ਵੈਲਿਊਜ਼ ਤੁਹਾਨੂੰ ਆਈ ਥਿੰਕ ਯਾਦ ਹੋਏਗਾ, ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ। ਸੋ 1 ਨੂੰ ਛੱਡ ਕੇ ਉਸ ਤੋਂ ਅਗਲੀਆਂ ਸਾਰੀਆਂ ਵੈਲਿਊਜ਼ 2 3 4 ਅਪ ਟੂ ਸੋ ਔਨ। ਸੋ ਇਹੀ ਫਾਰਮੂਲਾ ਕੀ ਹੈ ਬੋਹਰ ਨੇ ਦਿੱਤਾ, ਔਰ ਇਹੀ ਫਾਰਮੂਲਾ ਕਿਹਦੇ ਵੱਲੋਂ ਦਿੱਤਾ ਗਿਆ ਸੀ, ਬਾय ਦ ਸਾਇੰਟਿਸਟ ਲਾਈਮਨ। ਔਰ ਇਹ ਜਿਹੜੀ ਸਪੈਕਟਰਲ ਸੀਰੀਜ਼ ਹੈ ਆਪਾਂ ਨੂੰ ਕਿਹੜੇ ਰੀਜਨ ਦੇ ਵਿੱਚ ਆਬਟੇਨ ਹੁੰਦੀ ਹੈ, ਦੈਟ ਇਜ਼ ਦ ਅਲਟਰਾਵਾਇਲਟ ਰੀਜਨ ਆਫ ਸਪੈਕਟਰਮ। सो जस्ट मेन पॉइंट्स ही लिख रही हाँ, बहुत ज़्यादा डीप से नहीं जावांगे। सिमिलरली बालमर सीरीज, सो बालमर सीरीज ਦੇ ਵਿੱਚ ਕੀ ਹੈ, ਸਪੈਕਟਰਲ ਲਾਈਨਸ ਕਿਸ ਤਰ੍ਹਾਂ ਆਬਟੇਨ ਹੋਣਗੀਆਂ, ਜਦੋਂ ਕੋਈ ਇਲੈਕਟ੍ਰੋਨ ਕੀ ਹੈ ਬਾਹਰ ਵਾਲੇ ਆਰਬਿਟਸ ਦੇ ਵਿੱਚ ਹੈ ਔਰ ਉਹ ਜੰਪ ਕਰਕੇ ਕਿਹੜੀ ਆਰਬਿਟਸ ਪਹੁੰਚ ਰਿਹਾ ਹੈ, ਇਨ ਆਰਬਿਟ ਨੰਬਰ 2। ਸੋ ਦੈਟ ਇਜ਼ ਵਾਈ ਇਹਦਾ ਫਾਰਮੂਲਾ ਕੀ ਬਣੇਗਾ, ਵੇਵ ਨੰਬਰ ਇਜ਼ ਇਕੁਅਲ ਟੂ ਰਿਡਬਰਗ ਕਾਂਸਟੈਂਟ
1 by 2 square minus 1 by again k square, but ਇੱਥੇ k ਦੀਆਂ values ਕੀ ਲਵਾਂਗੇ ਆਪਾਂ starting from 3 4 5 up to so on। और ਜਿਹੜੀ ਬਾਲਮਰ ਸੀਰੀਜ਼ ਹੈ ਆਪਾਂ ਨੂੰ ਕਿਹੜੇ ਰੀਜਨ ਚ obtain ਹੁੰਦੀ ਹੈ, that is obtained in the visible region। then next ਵੱਲ ਚੱਲੀਏ ਪੈਸਟਨ ਸੀਰੀਜ਼। ਸੋ ਪੈਸਟਨ ਸੀਰੀਜ਼ ਦੇ ਵਿੱਚ ਜੋ ਆਪਾਂ ਨੂੰ ਸਪੈਕਟਰਲ ਲਾਈਨਸ obtain ਹੋ ਰਹੀਆਂ ਹਨ, ਸੋ ਆਪਾਂ ਇਹ ਯਾਦ ਰੱਖਾਂਗੇ ਇੱਥੇ 1 2 then ਪੈਸਟਨ ਦੇ ਵਿੱਚ ਕੀ ਆਏਗਾ, ਕੋਈ ਇਲੈਕਟ੍ਰੋਨ ਜੋ ਬਾਹਰ ਵਾਲੇ ऑर्बिट्स ਦੇ ਵਿੱਚ ਪ੍ਰੈਜ਼ੈਂਟ ਹੈ ਲੇਕਿਨ ਜੰਪ ਕਰਕੇ ਕਿਹੜੀ ऑर्बिट 'ਚ ਪਹੁੰਚ ਰਿਹਾ ਹੈ, ऑर्बिट नंबर 3। then ਉਹ ਸਾਰੀਆਂ ਸਪੈਕਟਰਲ ਲਾਈਨਸ ਕਿਹੜੀ ਸੀਰੀਜ਼ ਦੇ ਅੰਡਰ ਆਉਣਗੀਆਂ, ਪੈਸਟਨ ਸੀਰੀਜ਼। ਔਰ ਫਾਰਮੂਲਾ ਵੀ ਕੀ ਬਣੇਗਾ, ਨਿਊ ਬਾਰ ਇਜ਼ कैपिटल R 1 by 3 square minus 1 by k square and k ਦੀਆਂ ਵੈਲਿਊਜ਼ 4 5 6, मतलब ਇਸ ਤੋਂ ਅੱਗੇ ਵਾਲੀਆਂ ਵੈਲਿਊਜ਼। और पैस्टन सीरीज ਆਪਾਂ ਨੂੰ ਕਿਹੜੇ ਰੀਜਨ ਚ obtain ਹੁੰਦੀ ਹੈ, that is in the infrared region, infrared region of spectrum। then last ਦੋ series ਹੋਰ ਆਪਣੇ ਕੋਲ ਬਚੀਆਂ ਹਨ, that is the bracket and p fund। ਸੋ ਤੁਸੀਂ ਆਈ ਥਿੰਕ ਖੁਦ ਵੀ ਦੱਸ ਸਕਦੇ ਹੋ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਆਪਾਂ ਹੁਣ ਇਹਦਾ ਇਸ ਸੀਰੀਜ਼ ਦੇ ਲਈ ਜਿਹੜੀਆਂ ਸਪੈਕਟਰਲ ਲਾਈਨਸ ਹੁੰਦੀਆਂ ਹਨ ਉਹਦਾ ਵੇਵ ਨੰਬਰ ਕਿਸ ਤਰ੍ਹਾਂ ਦੇ ਸਕਦੇ ਹਾਂ। सो वेव नंबर विल बी इक्वल टू अकॉर्डिंग टू बोहर कोई इलेक्ट्रॉन बाहर वाले ऑर्बिट्स प्रेजेंट है लेकिन जो ट्रांजिशन करके या फिर जंप करके केड़ी ऑर्बिट्स आ रहा है, इस तो बाद केड़ी आएगी ऑर्बिट नंबर 4। देन वो स्पेक्ट्रल लाइंस केड़ी सीरीज आउणगियां, दैट विल बी अंडर दिस सीरीज ब्रैकेट सीरीज। अगेन रिडबर्ग कांस्टेंट 1 by 4 square minus 1 by k square, k दियां वैल्यूज 4 तो अगलियां up to so on। सो एक ही हो गया वेव नंबर, या इथों आप की है वेवलेंथ भी कैलकुलेट कर सकते हैं बिकॉज न्यू बार की है 1 by वेवलेंथ। सो इथों आप वेव नंबर या फिर वेवलेंथ कैलकुलेट कर सकते हैं किसी भी एक स्पैक्ट्रल लाइन दी, अगर आपको पता होवे कि ये केड़ी सीरीज दे अंडर आउंदी है। ऑल्सो ये जिहड़ी सीरीज है वो केड़े रीजन दे विच आपां नूं मिलदी है, दैट इज ऑल्सो इन द इंफ्रारेड रीजन, बट आपां इहनूं की बोलदे हां, फार इंफ्रारेड रीजन, फार इंफ्रारेड रीजन। ਹੁਣ ਆਪਣੇ ਕੋਲ ਕੀ ਹੈ, ਇੱਕ ਹੋਰ ਲਾਸਟ, that is the p fund। so according to Bohr ਕੋਈ ਇੱਕ ਇਲੈਕਟ੍ਰੋਨ ਬਾਹਰ ਵਾਲੇ ऑर्बिट्स ਦੇ ਵਿੱਚੋਂ ਜੰਪ ਕਰਕੇ ਅੰਦਰ ਵਾਲੀ ਕਿਹੜੀ ऑर्बिट 'ਚ ਆ ਰਿਹਾ ਹੈ, that is the ਹੁਣ 4 ਤੋਂ ਬਾਅਦ ਕਿਹੜੀ ਆਏਗੀ, ऑर्बिट ਨੰਬਰ 5। then ਜਿਹੜੀ ਸਪੈਕਟਰਲ ਲਾਈਨਸ ਹੋਣਗੀਆਂ ਕਿਹੜੀ ਸੀਰੀਜ਼ ਦੇ ਅੰਦਰ ਹੋਣਗੀਆਂ, that is p fund ਸੀਰੀਜ਼। ਤੇ ਉਹਦਾ ਵੇਵ ਨੰਬਰ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਇਸ ਫਾਰਮੂਲੇ ਦੇ ਨਾਲ, 1 by 5 square minus 1 by k square। अगेन उनके एरिया वैल्यूज 5 तो अगलियां 6 7 8 up to so on। and also a series केड़े रीजन हुंदी है, that is in the far infrared region। इस तो बाद हुन ए सी अपनी एक्सप्लेनेशन बाय द बोहर अबाउट द स्पेक्ट्रल लाइंस केड़े केस दे विच इन केस ऑफ हाइड्रोजन एटम। सो अगर डायग्रामेटिकली देखना होवे बहुत ही ईजी जा है, की करांगे आपां सेंटर च मैं न्यूक्लियस शो कर रही हां, न्यूक्लियस। द न्यूक्लियस के आसपास की है ऑर्बिट्स शो करांगी। सो दिस इज न्यूक्लियस फर्स्ट सेकेंड थर्ड वन। सो जिन्नियां भी चाहिए आप इत्थे शो कर सकते हाँ। सो मैं इत्थे सीरीज शो करन जा रही हूँ डिफरेंट डिफरेंट सीरीज। हुण अगर आप इस डायग्राम के उपर शो करना होवे अलग अलग सीरीज नूं, सो अगर मैं नाम दवा इन्हों, दिस इज न्यूक्लियस, ऑर्बिट नंबर 1 2 3 4 5 6 7। सो दिस इज ऑर्बिट नंबर 1, then 2 3 4 5 6 and 7। सो एक ही है स्मॉल n दी वैल्यू है, दैट इज 1 to 7। हुण मैं अगर शो करना है इत्थे लाइमन सीरीज नूं, सो लाइमन सीरीज कोई इलेक्ट्रॉन बाहर वाली ऑर्बिट तो जंप करके पहली ऑर्बिट आ रहा है। सो मैं इन्हूं शो करांगी इस तरह। सो दिस इज फर्स्ट ऑर्बिट, सो पहली ट्रांजिशन दिखाई। सो दूजी तो भी पहली ते आ सकता है, तीसरी ऑर्बिट तो भी, या फिर चौथी तो भी। देन दिस सीरीज, दिस इज कॉल्ड एज लाइमन सीरीज। ओके, इत्थे लिख रही हाँ, दिस इज लाइमन सीरीज। देन सिमिलरली अगर बाल्मर सीरीज को शो करना होवे वो भी बहुत ईजी है, किस तरह शो करांगे आप, दैट इज हुण सेकेंड ऑर्बिट दे विच बाकी ऑर्बिट्स तो की हैं इलेक्ट्रॉन्स जंप करके आ रहे हैं। सो थर्ड तो जंप कर सकता है,
4th तो जंप कर सकता है या 5th तो भी जंप करके आ सकता है. सो दैट इज बाल्मर. Then next Paschen series. So A है n is equal to 3. So third orbits आ रहे हैं उस तो बाहर वालियां orbits तो jump करके. This is the Paschen series. Next one is Brackett series. Now 1 2 3. Okay, A orbit number 2 है. मैं orbit 2 ਤੇ arrow show कर देते हैं ध्यान नाल. This is orbit 1. This is orbit 2 and this is orbit 3. ਤਾਂ ਆਪਾਂ arrows ਕਿੱਥੇ show ਕਰਨੇ ਹਨ? On the orbit 3. So ਆਪਾਂ arrows ਇੱਥੇ show ਕਰਾਂਗੇ. So this is orbit number 3. So ਇਸ ਤਰ੍ਹਾਂ 1 2 and 3. Similarly ਹੁਣ ਆਪਾਂ bracket और p fund series ਵੀ show ਕਰ ਸਕਦੇ ਹਾਂ. ਉਹ ਵੀ ਬਹੁਤ easy ਹਨ. So bracket series ਦੇ ਲਈ ਪਹਿਲਾਂ ਆਪਾਂ ਦੇਖੀ n is equal to 4 ਆ ਹੈ. So ਬਾਹਰ ਵਾਲੇ orbits ਤੋਂ जंप कर रहे हैं 4 ਤੇ. this is the bracket and last one ਆਪਣੇ ਕੋਲ ਜੋ ਬਚੀ ਹੈ that is p fund series. so ਉਹਦੇ ਲਈ orbit number 5 ਦੇ ਵਿੱਚ ਆਪਾਂ ਕੀ ਹੈ ਸ਼ੋ ਕਰਾਂਗੇ transitions. so 6th ਤੋਂ 5th ਤੇ ਗਿਆ ਔਰ 7th ਤੋਂ ਵੀ 5th ਤੇ ਗਿਆ. then ਇਹ ਜਿਹੜੀ series ਆਏਗੀ ਇਹਨਾਂ ਨੂੰ ਆਪਾਂ ਬੋਲਾਂਗੇ p fund series. So that is the diagrammatic representation. बहुत easy है. just ਆਪਾਂ ਕੀ ਹੈ ਬਾਹਰ ਵਾਲੀਆਂ orbits ਤੋਂ transitions ਕਰਕੇ ਦਿਖਾਇਆ ਹੈ ਕਿ electrons jump ਕਰਕੇ ਪਹਿਲੇ first orbit ਦੇ ਵਿੱਚ, second orbit ਦੇ ਵਿੱਚ, third orbit ਦੇ ਵਿੱਚ, fourth and then fifth and then sixth. okay, ਇੱਥੇ ਵੀ ਕੀ ਹੈ sixth orbit. that is again this is orbit number 5, this is orbit number 6. so एक ही आएगी. last one is the p fund series. so ਆਪਾਂ ਇੱਥੇ ਹੁਣ 4 ਸ਼ੋ ਕਰ ਦਿੱਤੀਆਂ ਹਨ 4 ਸੀਰੀਜ਼ ਲਾਇਮਨ, ਬਾਲਮਰ, ਪਾਸਚਨ, ਬ੍ਰੈਕਟ. 5th one ਤੇ ਲਾਸਟ ਕੀ ਹੈ that is the p fund series. so ਉਹਨੂੰ ਸ਼ੋ ਕਰਨ ਦੇ ਲਈ ਆਪਾਂ ਕੀ ਕਰਾਂਗੇ ਟ੍ਰਾਂਜੀਸ਼ਨਸ ਸ਼ੋ ਕਰਾਂਗੇ ਕਿਹੜੇ ਆਰਬਿਟ ਤੇ 5 ਨੰਬਰ ਆਰਬਿਟ ਤੇ. so ਇਹ ਹੈ ਆਪਣਾ ਆਰਬਿਟ ਨੰਬਰ 5. so ਆਪਾਂ ਟ੍ਰਾਂਜੀਸ਼ਨ ਸ਼ੋ ਕਰਾਂਗੇ from 6th orbit 7th orbit. then ਇਹ ਜਿਹੜੀ ਆਪਣੇ ਕੋਲ ਸੀਰੀਜ਼ ਆ ਰਹੀ ਹੈ ਇਹਨੂੰ ਆਪਾਂ ਕੀ ਬੋਲਦੇ ਹਾਂ that is the p fund series. so ਇਸ ਤਰ੍ਹਾਂ ਆਪਾਂ ਦੇਖਿਆ ਕਿ diagrammatically ਕੀ ਹੈ ਇਹ ਸ਼ੋ ਕਰਨਾ ਬਹੁਤ ਈਜ਼ੀ ਹੈ. so ਇਹਨੂੰ ਸਮਝਣਾ ਵੀ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ. ਜਸਟ ਆਪਾਂ ਕੀ ਯਾਦ ਰੱਖਾਂਗੇ this general formula ਔਰ ਫਾਰਮੂਲੇ ਦੇ ਵਿੱਚ ਕੀ ਹੈ ਇਹ ਆਪਾਂ ਯਾਦ ਰੱਖਾਂਗੇ ਕਿ ਕਿਸ ਤਰ੍ਹਾਂ ਆਪਾਂ ਲਰਨ ਰੱਖਾਂਗੇ ਲਾਇਮਨ, ਬਾਲਮਰ, ਪਾਸਚਨ, ਬ੍ਰੈਕਟ, p fund. ਅਗਰ ਆਪਾਂ ਨੂੰ ਇਹ ਪੰਜੋ ਯਾਦ ਹਨ then ਆਪਾਂ ਕੀ ਹਨ 1 2 3 4 5 ਇਦਾਂ ਸੀਰੀਅਲ ਨੰਬਰ ਵਾਈਜ਼ ਕਦੇ ਵੀ ਕਨਫਿਊਜ਼ ਨਹੀਂ ਹੋਵਾਂਗੇ. so ਇਹ ਸੀ ਆਪਣੀ ਡਿਸਕਸ਼ਨ ਜਾਂ ਕਹਿ ਲਓ ਐਕਸਪਲੇਨੇਸ਼ਨ ਅਬਾਊਟ ਦ ਸਪੈਕਟਰਲ lines of hydrogen atom और किदे वाला explanation ਦਿੱਤੀ ਗਈ that is from the scientist Bohr. ਹੁਣ ਆਪਾਂ ਚੱਲਦੇ ਹਾਂ ਆਪਣੇ next topic ਦੇ ਵੱਲ. so ਇਸ ਤੋਂ ਬਾਅਦ ਆਪਣਾ next topic ਹੈ that is energy level diagram. so next topic energy level diagram. so energy level diagram डायग्राम तो क्लीयर हो ही रहा है कि आप किसी डायग्राम की गल कर रहे हैं लेकिन किस तरह का डायग्राम होगा जिहदे विच आपां एनर्जीज शो करांगे. सो डिफरेंट लैवल्स ऑफ एनर्जीज होणगियां इस डायग्राम दे विच. सो आपां हुण स्टार्ट करिए एनर्जी लैवल डायग्राम. सो बेसिकली पहला तो एनर्जी लैवल डायग्राम है की है एनर्जी लैवल डायग्राम की है जस्ट एक मैथड है शो करन दा. की शो कर रहे हैं आपां दैट इज द टोटल एनर्जीज ऑफ इलैक्ट्रॉन्स लाइंग इन डिफरेंट स्टेशनरी ऑर्बिट्स. मतलब कि अलग अलग ऑर्बिट्स दे विच की हन इलैक्ट्रॉन्स पए हन. तो आपां ये शो करना है डायग्रामेटिकली कि जिहड़ा इलैक्ट्रॉन पहली ऑर्बिट पे है उहदी एनर्जी की होएगी, दूजी च है उहदी एनर्जी कितनी होएगी, तीजी च है तां उहदी एनर्जी कितनी होएगी. सो वो जिहड़ा पूरा अपने को रिप्रेजेंटेशन है उन्होंने आप की नाम दिता हुआ है दैट इज कॉल्ड द एनर्जी लैवल डायग्राम. एनर्जी लैवल डायग्राम दे विच आपां की यूज़ करते हैं भी जनरली आपां यूज़ करांगे पैरेलल हॉरिजॉन्टल लाइन्स. आपां हॉरिजॉन्टल लाइन यूज़ करते हैं फॉर शोइंग द टोटल एनर्जी ऑफ इलैक्ट्रॉन जो कि किसी भी ऑर्बिट दे विच पिया होया है. और अगर आपां विच कोई वर्टिकल लाइन शो करांगे मैं हुणे ड्रॉ करांगी तुहानूं क्लीयर होएगा. वर्टिकल लाइन ड्रॉ करने का की मतलब है कि जो इलैक्ट्रॉन है किसी एक ऑर्बिट तो जंप करके दूसरी ऑर्बिट तक जा रहा है. सो एक ही है अपना टोटल एनर्जी लैवल डायग्राम दे विच मतलब आपां की चीज़ां हुण करांगे. सो दैट इज़ ऑल अबाउट एनर्जी लैवल डायग्राम. ऑल्सो हुण जिहड़ी ट्रांजिशनस हो रही हैं मीनस एक ऑर्बिट तो दूजी ऑर्बिट वाल जा रहा है इलैक्ट्रॉन
ਹੋ ਸਕਦਾ ਹੈ ਲੋਅਰ ਆਰਬਿਟ ਤੋਂ ਹਾਇਰ ਆਰਬਿਟ ਵੱਲ ਜਾ ਰਿਹਾ ਹੋਵੇ ਜਾਂ ਹਾਇਰ ਤੋਂ ਲੋਅਰ ਵੱਲ ਜਾ ਰਿਹਾ ਹੋਵੇ। ਆਪਾਂ ਨੂੰ ਪਤਾ ਹੈ ਕਿ ਜਦੋਂ ਲੋਅਰ ਆਰਬਿਟ ਤੋਂ ਹਾਇਰ ਆਰਬਿਟ ਵੱਲ ਜੰਪ ਕਰਨਾ ਹੈ ਦੈਨ ਉਹਨੇ ਕੀ ਹੈ ਕੁਝ એનર્ਜੀ ਅਬਜ਼ੌਰਬ ਕਰਨੀ ਹੈ, ਓਨਲੀ ਦੈਨ ਉਹ ਕੀ ਹੈ ਜੰਪ ਕਰ ਸਕਦਾ ਹੈ। ਜਾਂ ਫਿਰ ਅਗਰ ਹਾਇਰ ਆਰਬਿਟ ਤੋਂ ਲੋਅਰ ਆਰਬਿਟ ਵੱਲ ਆ ਰਿਹਾ ਹੈ ਦੈਨ ਉਹ ਕੀ ਕਰੇਗਾ ਕੁਝ ਸਮ ਅਮਾਉਂਟ ਆਫ એનર્ਜੀ ਐਮਿਟ ਕਰੇਗਾ। ਨਾਲ ਦੀ ਨਾਲ ਆਪਾਂ ਇਹ ਵੀ ਪੜ੍ਹਿਆ ਹੈ ਕਿ ਕਿੰਨੀ ਅਮਾਉਂਟ ਆਫ એનર્ਜੀ ਅਬਜ਼ੌਰਬ ਕਰੇਗਾ ਔਰ ਕਿੰਨੀ ਐਮਿਟ ਕਰੇਗਾ, ਦੈਟ ਇਜ਼ ਇਕੁਅਲ ਟੂ ਦ ਡਿਫਰੈਂਸ ਆਫ ਟੂ એનર્ਜੀਜ਼। मतलब मान लो पहली ऑर्बिट ਦੇ ਵਿੱਚ ਸੀ ਉਹਦੀ એનર્ਜੀ E1 ਸੀ, दूसरी ऑर्बिट 'ਚ ਜੰਪ ਕੀਤਾ ਉਹਦੀ એનર્ਜੀ E2 ਹੈ, ਦੈਨ એનર્ਜੀ ਅਬਜ਼ੌਰਬ ਕਰਕੇ ਜੰਪ ਕਰੇਗਾ। ਕਿੰਨੀ એનર્ਜੀ ਅਬਜ਼ੌਰਬ ਕਰੇਗਾ E2 E1, ਮਤਲਬ ਦੋਨੋਂ ਲੈਵਲਸ ਦੇ ਵਿੱਚ ਜਿਹੜਾ ਡਿਫਰੈਂਸ ਸੀ ਉਨੀ એનર્ਜੀ ਅਬਜ਼ੌਰਬ ਕਰੂਗਾ। ਉਸ ਲੈਵਲ ਤੇ ਪਹੁੰਚ ਗਿਆ ਦੈਨ ਉਹ ਕੀ ਹੈ ਜੰਪ ਕਰਕੇ ਉੱਪਰ ਵੱਲ ਚਲਾ ਜਾਏਗਾ। ਹੁਣ ਅਗਰ ਕੈਲਕੂਲੇਟ ਕਰਨਾ ਹੋਵੇ ਬਿਕੋਜ਼ ਆਪਾਂ ਪਹਿਲੇ ਟੋਟਲ એનર્ਜੀ ਦਾ ਐਕਸਪ੍ਰੈਸ਼ਨ ਕੈਲਕੂਲੇਟ ਕੀਤਾ ਸੀ ਫॉर ਹਾਈਡਰੋਜਨ ਐਟਮ। ਆਪਣੇ ਕੋਲ ਆਇਆ ਸੀ એનર્ਜੀ ਸੋ ਸਾਰੀਆਂ ਕਨਸਟੈਂਟ ਦੀਆਂ ਵੈਲਿਊਜ਼ ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਇਲੈਕਟ੍ਰੋਨ ਵੋਲਟਸ એનર્ਜੀ ਆਈ ਸੀ -13.6 ਓਵਰ n ਸਕੁਆਇਰ ਇਲੈਕਟ੍ਰੋਨ ਵੋਲਟਸ ਦੇ ਵਿੱਚ। ਸੋ ਇੱਥੇ z² ਵੀ ਸੀ ਬਟ ਬਿਕੋਜ਼ ਆਪਾਂ ਹਾਈਡਰੋਜਨ ਐਟਮ ਦੀ ਗੱਲ ਕਰ ਰਹੇ ਹਾਂ ਸੋ z ਇਜ਼ ਇਕੁਅਲ ਟੂ 1। ਆਪਣੇ ਕੋਲ ਫਾਈਨਲ ਐਕਸਪ੍ਰੈਸ਼ਨ એનર્ਜੀ ਦਾ ਇਹ ਆਇਆ ਸੀ। ਸੋ ਇਹ ਕੀ ਹੈ En ਲਿਖ ਲਓ ਜਾਂ ਸਿੰਪਲੀ E ਵੀ ਲਿਖ ਸਕਦੇ ਹਾਂ। ਸੋ ਹੁਣ n ਕੀ ਹੈ ਦੈਟ ਇਜ਼ ਕਿ ਕਿਹੜੀ ਆਰਬਿਟ ਦੇ ਵਿੱਚ ਇਲੈਕਟ੍ਰੋਨ ਪਿਆ ਹੈ। ਸੋ ਅਗਰ n ਨੂੰ ਆਪਾਂ 1 ਪੁੱਟ ਕਰਾਂਗੇ ਦੈਨ ਆਪਣੇ ਕੋਲ એનર્ਜੀ ਕਿਹਦੀ ਆਏਗੀ ਇਲੈਕਟ੍ਰੋਨ ਦੀ ਜਿਹੜਾ ਪਹਿਲੀ ਆਰਬਿਟ 'ਚ ਪਿਆ ਹੈ। 2 ਪੁੱਟ ਕਰਾਂਗੇ ਆਪਣੇ ਕੋਲ એનર્ਜੀ ਆਏਗੀ ਇਲੈਕਟ੍ਰੋਨ ਦੀ ਜਿਹੜਾ ਦੂਸਰੀ ਆਰਬਿਟ 'ਚ ਪਿਆ ਹੈ। ਦੈਨ 3 ਪੁੱਟ ਕਰਾਂਗੇ ਜਿਹੜਾ ਇਲੈਕਟ੍ਰੋਨ ਤੀਸਰੀ ਆਰਬਿਟ 'ਚ ਹੈ ਉਹਦੀ એનર્ਜੀ ਕਿੰਨੀ ਹੈ। ਸੋ ਅਗਰ ਆਪਾਂ ਕੈਲਕੂਲੇਟ ਕਰੀਏ 1 ਬਾਈ 1 ਸੋ E1 ਤੋਂ ਸਟਾਰਟ ਕਰਦੇ ਹੋਏ ਬਿਕੋਜ਼ ਆਪਾਂ એનર્ਜੀ ਲੈਵਲ ਡਾਇਗਰਾਮ ਸ਼ੋ ਕਰਨਾ ਹੈ ਦੈਨ ਆਪਣੇ ਕੋਲ ਕੀ ਹਨ ਕੁਝ એનર્ਜੀ ਦੀਆਂ ਵੈਲਿਊਜ਼ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਆਪਾਂ ਉਹਨੂੰ ਡਾਇਗਰਾਮ ਦੇ ਉੱਪਰ ਕੀ ਹੈ ਸ਼ੋ ਕਰ ਪਾਵਾਂਗੇ। ਸੋ ਆਪਾਂ ਸਟਾਰਟ ਕਰੀਏ ਫਰੋਮ E1 -13.6 ओवर की आएगा n ਨੂੰ 1 पुट किया 1 ਦਾ ਸਕੁਆਇਰ। ਸੋ ਜਸਟ ਮੈਂ ਇੱਥੇ 1 ਨਹੀਂ ਲਿਖ ਰਹੀ ਸਿੰਪਲੀ ਆਪਣੇ ਕੋਲ ਆਨਸਰ ਕੀ ਆ ਗਿਆ -13.6 ਇਲੈਕਟ੍ਰੋਨ ਵੋਲਟਸ। E2 ਸੈਕਿੰਡ ਆਰਬਿਟ ਦੀ ਗੱਲ ਕਰੀਏ -13.6 ਓਵਰ 2 ਦਾ ਸਕੁਆਇਰ -13.6 ਓਵਰ 4। ਸੋ ਆਪਣੇ ਕੋਲ ਆਨਸਰ ਆਏਗਾ 4 3s are 12 then 4 4s are 16। so just divide कर रही हैं बहुत easy है। E3 -13.6 ਹੁਣ n ਦੀ ਜਗ੍ਹਾ 3 ਪੁੱਟ ਕੀਤਾ 3 ਦਾ ਸਕੁਆਇਰ -13.6 ਓਵਰ 9 ਨੈਗੇਟਿਵ then 9 1s are 9 then ਇੱਥੇ 4 then 9 5s are 45 then 1 ਬਚਿਆ so 10 ਦੇ ਲਈ again 9 1s are 9 E4 सो आप 6 या 7 वैल्यूज कैलकुलेट कर ली -13.6 ओवर 4 स्क्वायर 4 द स्क्वायर दैट इज 16। सो अगर कैंसलिंग करिए थे 2 द टेबल ते दैट इज 2 8s are 16 2 6s are 12 2 8s are 16 अपने को विद माइनस साइन आ रहा है 0.8 देन 5 इलेक्ट्रॉन वोल्ट्स। इसी तरह आप बाकी एनर्जीज भी लिखिए E5 दैट इज -13.6 ओवर 5 द स्क्वायर E6 एंड E7 सो आप 7 एनर्जीज कैलकुलेट करिए -13.6 ओवर 6 द स्क्वायर एंड -13.6 ओवर 7 द स्क्वायर। सो आफ्टर कैलकुलेशंस अपने को 0.54 0.37 and 0.28 इलेक्ट्रॉन वोल्ट विद नेगेटिव साइन। सो अपने कोल की हैं 7 एनर्जी वैल्यूज आ चुकी हैं। हुण आपां ये सारिਆਂ ਨੂੰ प्लॉट करांगे अपॉन द एनर्जी लेवल डायग्राम। सो एनर्जी लेवल डायग्राम दे विच एक साइड आपां शो कर रहे हैं एनर्जी और इधर आपां शो करांगे n वैल्यूज स्मॉल n मतलब केड़ी ऑर्बिट की गल कर रहे हैं। सो इस साइड आप ले रहे हैं एनर्जी इलेक्ट्रॉन वोल्ट्स दे विच मान लो दिस इज 0 देन नीचे मैं नेगेटिव वैल्यूज शो कर रही हाँ ऊपर आप की है पॉजिटिव वैल्यूज शो करते हैं। हुण आप देखिया है कि सारियां ही एनर्जीज नेगेटिव आ रही हैं। सो इत्थों स्टार्ट करते हुए नीचे वाल जावांगी मैं। सो -1 इलेक्ट्रॉन वोल्ट्स है -2 -3
-4 -5 -6। सो इसी तरह तो जिथे तक आपां नूं रिक्वायरमेंट है सो आप 14 तक लीए बिकॉज अपने कोल मैक्सिमम वैल्यू है 13.6 इलेक्ट्रॉन वोल्ट्स और ये सारी इलेक्ट्रॉन वोल्ट्स विच हैं। इधर आप शो कर रहे हैं एन वैल्यूज, मान लो दिस इज द लिमिट ऑफ द एन, दैट इज एन अप टू इनफिनिटी। हम आप कितना ड्रॉ करांगे फॉर एन इक्वल टू 1 अपने कोल एनर्जी आई है -13.6 इलेक्ट्रॉन वोल्ट। सो फॉर एन इक्वल टू 1 अपनी जो लेवल आप शो करांगे एनर्जी का वो इत्थे किते आएगा और किदे लिए है, दैट इज फॉर एन इज इक्वल टू 1। सो 13.6 इत्थे किते होएगा। सो मैं इत्थे की एक हॉरिजॉन्टल लाइन शो की है। सिमिलरली बाकी भी आप इसी तरह शो करांगे फॉर एन इक्वल टू 2 -3.4 इलेक्ट्रॉन वोल्ट, 3.4 इलेक्ट्रॉन वोल्ट n इक्वल टू 2 और बाकी दियां भी n इक्वल टू 3 दे लिए -1.51 -1.51 देन n इक्वल टू 4 दे लिए अपने को एनर्जी आएगी दैट इज 0.85। सो 1 दे थोड़ा नजदीक 0.85 देन 0.54। सो मिडवे हाफ शो कर रही हैं n इज इक्वल टू 5 0.37। सो इत्थे ही की है थोड़ी जी जगह दे विच अपने कोल एनर्जी लेवल्स आउणगे और 7 दे लिए भी की है n इज इक्वल्स टू 6 और वन मोर लाइन आप इत्थे शो करांगे 0.28 ए की है n इज इक्वल्स टू 7। सो इस तरह आप की है एनर्जी लेवल डायग्राम ड्रॉ किया है, बहुत ही ईजी सी। जस्ट आप एनर्जी का एक जनरल एक्सप्रैशन लिखिया ਉਹਦੇ ਵਿੱਚ ਆਪਾਂ n ਦੀਆਂ ਵੈਲਿਊਜ਼ ਪੁੱਟ ਕਰਦੇ ਗਏ और ਉਹੀ ਸਾਰਾ ਆਪਾਂ ਕੀ ਹੈ ਇੱਥੇ ਸ਼ੋ ਕੀਤਾ ਹੈ। ਸੋ ਇਹ ਐਗਜ਼ਾਮਪਲ ਕਿਸ ਚੀਜ਼ ਦੀ ਹੈ, दैट इज द एनर्जी ਲੈਵਲ ਡਾਇਗਰਾਮ ਇਨ ਕੇਸ ਆਫ ਅ ਹਾਈਡਰੋਜਨ ਐਟਮ। ਸੋ ਆਪਾਂ ਕੀ ਦੇਖਾਂਗੇ ਕਿ ਜਦੋਂ ਆਪਾਂ 1 ਬਾय 1 ਇੱਥੇ n ਦੀ ਵੈਲਿਊ ਨੂੰ ਇਨਕਰੀਜ਼ ਕਰਦੇ ਜਾ ਰਹੇ ਹਾਂ, n ਦੀ ਵੈਲਿਊ ਇਨਕਰੀਜ਼ ਕਰਨ ਦੇ ਨਾਲ ਜਿਹੜਾ ਆਪਣੇ ਕੋਲ ਆਨਸਰ ਆ ਰਿਹਾ ਹੈ ਉਹ ਕੀ ਹੈ, ਲੈਸ ਨੈਗੇਟਿਵ ਹੁੰਦਾ ਜਾ ਰਿਹਾ ਹੈ। ਲੈਸ ਨੈਗੇਟਿਵ ਕਿਉਂ, ਬਿਕੋਜ਼ ਵੈਲਿਊ ਕੀ ਹੈ ਛੋਟੀ ਹੁੰਦੀ ਜਾ ਰਹੀ ਹੈ। ਸੋ ਇੱਕ ਪੁਆਇੰਟ ਤੇ ਜਾ ਕੇ n ਦੀ ਵੈਲਿਊ ਨੂੰ ਜਦ ਆਪਾਂ ਬਹੁਤ ਜ਼ਿਆਦਾ ਵੱਡੀ ਵੈਲਿਊ ਪੁੱਟ ਕਰਾਂਗੇ, ਮੰਨ ਲਓ ਆਪਾਂ ਇਨਫਿਨਿਟੀ ਪੁੱਟ ਕਰ ਲਿਆ, ਆਪਾਂ ਨੂੰ ਪਤਾ ਹੈ ਸਮਥਿੰਗ ਓਵਰ ਇਨਫਿਨਿਟੀ ਉਹਦਾ ਆਨਸਰ ਕੀ ਹੁੰਦਾ ਹੈ 0। ਸੋ दैट इज वाई ਜਦੋਂ n ਇਨਫਿਨਿਟੀ ਹੋਏਗਾ ਦੈਨ ਉਸ ਟਾਈਮ ਦੇ ਉੱਪਰ ਜਿਹੜੀ એનર્ਜੀ ਹੋਏਗੀ ਉਹ ਕੀ ਹੋਏਗੀ, दैट विल बी 0। ਸੋ ਹੁਣ ਇਹਦਾ ਕੀ ਮਤਲਬ ਹੈ, ਨੈਗੇਟਿਵ એનર્ਜੀਜ਼ ਦਾ ਕੀ ਮਤਲਬ ਹੈ ਕਿ ਜਿਹੜਾ ਇਲੈਕਟ੍ਰੋਨ ਹੈ दैट इज ਬਾਉਂਡ ਟੂ ਦ ਨਿਊਕਲੀਅਸ, ਮਤਲਬ ਐਟਮ ਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਹਦੇ ਨਾਲ ਜੁੜਿਆ ਹੋਇਆ ਹੈ, ਬਾਉਂਡ ਹੋਇਆ ਹੈ ਕੌਣ, ਇਲੈਕਟ੍ਰੋਨ। ਲੇਕਿਨ ਸਲੋਲੀ ਜਿਵੇਂ ਜਿਵੇਂ ਬਾਹਰ ਵਾਲੀ ਆਰਬਿਟ 'ਚ ਜਾਂਦੇ ਜਾ ਰਹੇ ਹਾਂ ਉਹਦੀ ਜਿਹੜੀ એનર્ਜੀ ਹੈ ਲੈਸ ਨੈਗੇਟਿਵ ਹੁੰਦੀ ਜਾ ਰਹੀ ਹੈ। ਇੱਕ ਪੁਆਇੰਟ ਤੇ ਜਾ ਕੇ ਉਹਦੀ એનર્ਜੀ ਕੀ ਹੈ 0 ਹੋ ਰਹੀ ਹੈ ਔਰ ਕਦੋਂ ਹੋ ਰਹੀ ਹੈ, ਵੈਨ n ਇਜ਼ ਇਕੁਅਲ ਟੂ ਇਨਫਿਨਿਟੀ। ਸੋ ਇਹਦਾ ਫਿਜ਼ੀਕਲ ਸਿਗਨੀਫਿਕੈਂਸ ਕੀ ਹੈ, ਕੀ ਮਤਲਬ ਹੈ ਇਹਦਾ ਕਿ ਉਸ ਟਾਈਮ ਦੇ ਉੱਪਰ ਜਿਹੜਾ ਇਲੈਕਟ੍ਰੋਨ ਹੈ दैट इज नॉट ਬਾਉਂਡ ਟੂ ਦ ਨਿਊਕਲੀਅਸ, ਉਹ ਉਸ ਤੋਂ ਫ੍ਰੀ ਹੋ ਕੇ ਬਹੁਤ ਦੂਰ ਜਾ ਚੁੱਕਾ ਹੈ। ਸੋ दैट इज द मीनिंग ਕਿ એનર્ਜੀ 0 ਹੋਣ ਦਾ ਕੀ ਮਤਲਬ ਹੈ, ਜਦੋਂ ਆਪਾਂ n ਨੂੰ ਇਨਫਿਨਿਟੀ ਪੁੱਟ ਕਰ ਦਿੰਦੇ ਹਾਂ। ਦੈਨ ਇਸ ਤੋਂ ਬਾਅਦ ਵੀ ਕੀ ਹੈ, ਜੋ એનર્ਜੀ ਵੈਲਿਊਜ਼ ਹਨ ਆਪਣੇ ਕੋਲ ਇਸ ਤੋਂ ਉੱਪਰ ਵੀ ਕੀ ਹਨ, ਪੋਸੀਬਲ ਹਨ। ਸੋ ਜਿਹੜੀਆਂ ਇਲੈਕਟ੍ਰੋਨ ਦੀਆਂ એનર્ਜੀਜ਼ ਹਨ ਨੈਗੇਟਿਵ ਤਾਂ ਹੈ ਹੀ ਹਨ, 0 ਵੀ ਹੈ, ਇਸ ਤੋਂ ਬਾਅਦ ਪੋਜ਼ਿਟਿਵ એનર્ਜੀ ਵੀ ਹੁੰਦੀ ਹੈ, ਬਟ ਇਸ ਤੋਂ ਉੱਪਰ ਕੀ ਹੈ, ਵੀ ਆਬਟੇਨ ਕੁਆਂਟੀਨਮ ਆਫ એનર્ਜੀਜ਼। ਕੁਆਂਟੀਨਮ ਕੀ ਹੁੰਦਾ ਹੈ ਕਿ ਆਪਣੇ ਕੋਲ ਵੈਰੀ ਬ੍ਰੌਡ ਬੈਂਡਸ ਹੁੰਦੇ ਹਨ। ਇੱਥੇ ਡਿਸਕ੍ਰੀਟ ਲਾਈਨਸ ਹਨ, ਡਿਸਕ੍ਰੀਟ ਲਾਈਨਸ ਮੀਨਸ ਸਿੰਗਲ ਲਾਈਨਸ ਸ਼ੋ ਕੀਤੀਆਂ ਹਨ, ਬਟ ਇਸ ਤੋਂ ਬਾਅਦ ਕੀ ਹੈ, देयर इज अ ਕੰਟੀਨਿਊਟੀ ਆਫ એનર્ਜੀ ਸਟੇਟਸ। ਸੋ ਆਪਾਂ ਕੀ ਹੈ ਅਗਲੇ ਚੈਪਟਰਸ ਦੇ ਵਿੱਚ ਕਰਾਂਗੇ ਕਿ ਕਿਸ ਤਰ੍ਹਾਂ ਉੱਥੇ ਕੰਟੀਨਮ ਆਫ एनर्जी स्टेट्स ਹੁੰਦਾ ਹੈ। ਸੋ ਇਹ ਆਪਣੀ ਸੀ ਸਾਰੀ ਡਿਸਕਸ਼ਨ ਅਬਾਊਟ ਦਾ એનર્ਜੀ ਲੈਵਲ ਡਾਇਗਰਾਮ। ਦੈਨ ਇਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਵੱਲ ਚੱਲੀਏ। ਸੋ ਆਪਣਾ ਨੈਕਸਟ ਟੌਪਿਕ ਹੈ ਇਸ ਤੋਂ ਬਾਅਦ दैट इज द ਲਿਮਿਟੇਸ਼ਨਸ ਆਫ ਬੋਹਰਸ ਥਿਊਰੀ। ਸੋ ਆਪਾਂ ਇਸ ਚੈਪਟਰ ਦੇ ਵਿੱਚ ਕੀ ਹੈ 1 ਬਾय 1 ਥਿਊਰੀਜ਼ ਕੀਤੀਆਂ, ਪਹਿਲੇ ਥੌਮਸਨਸ ਮਾਡਲ, ਰਦਰਫੋਰਡਸ ਮਾਡਲ, ਦੈਨ ਉਸ ਤੋਂ ਬਾਅਦ ਆਪਾਂ ਬੋਹਰਸ ਐਟੋਮਿਕ ਮਾਡਲ ਪੜਿਆ ਅਬਾਊਟ ਦਾ ਹਾਈਡਰੋਜਨ ਐਟਮ। ਲੇਕਿਨ ਇਹਦੀਆਂ ਵੀ ਕੀ ਹਨ, ਕੁਝ ਲਿਮਿਟੇਸ਼ਨਸ ਹਨ। ਹੁਣ ਆਪਾਂ ਉਹ ਦੇਖੀਏ ਕਿ ਵਾਟ ਆਰ ਦ ਲਿਮਿਟੇਸ਼ਨਸ। ਸੋ ਨੈਕਸਟ ਟੌਪਿਕ ਹੈ ਆਪਣਾ ਲਿਮਿਟੇਸ਼ਨਸ ਆਫ ਬੋਹਰਸ ਥਿਊਰੀ। Limitations of Bohr's theory।
ਸੋ ਇਹ ਕੁਝ ਇੰਪੋਰਟੈਂਟ ਵੀ ਹਨ ਐਗਜ਼ਾਮੀਨੇਸ਼ਨ ਪੁਆਇੰਟ ਆਫ View ਦੇ ਨਾਲ। ਜਨਰਲੀ ਜਾਂ ਤਾਂ ਰਦਰਫੋਰਡ ਦਾ ਜਿਹੜਾ ਐਟੋਮਿਕ ਮਾਡਲ ਹੈ ਉਹਦੀਆਂ ਲਿਮਿਟੇਸ਼ਨਸ ਆ ਜਾਂਦੀਆਂ ਹਨ, ਜਾਂ ਫਿਰ ਬੋਹਰਸ ਥਿਊਰੀ ਦੀਆਂ ਲਿਮਿਟੇਸ਼ਨਸ ਜਨਰਲੀ ਪੁੱਛ ਲਈਆਂ ਜਾਂਦੀਆਂ ਹਨ ਐਗਜ਼ਾਮਸ ਦੇ ਵਿੱਚ। ਸੋ ਲਿਮਿਟੇਸ਼ਨਸ ਆਪਾਂ ਦੇਖੀਏ। ਫਰਸਟ ਆਫ ਆਲ, ਹੁਣ ਕਿਹੜੀ ਵੱਡੀ ਲਿਮਿਟੇਸ਼ਨ ਹੈ ਬੋਹਰਸ ਥਿਊਰੀ ਦੇ ਵਿੱਚ ਕਿ ਜਿਹੜੀ ਇਹ ਥਿਊਰੀ ਹੈ ਜੋ ਬੋਹਰ ਵੱਲੋਂ ਦਿੱਤੀ ਗਈ ਦੈਟ ਇਜ਼ ਓਨਲੀ ਐਪਲੀਕੇਬਲ ਟੂ ਸਿੰਪਲ ਐਟਮਸ। ਸਿੰਪਲ ਐਟਮਸ ਫॉर ਐਗਜ਼ਾਮਪਲ ਹਾਈਡਰੋਜਨ। ਸੋ ਆਪਾਂ ਹਾਈਡਰੋਜਨ ਨੂੰ ਲੈ ਕੇ ਹੀ ਸਾਰੀ ਕੀ ਹੈ ਥਿਊਰੀ ਪੜ੍ਹੀ ਹੈ। ਸੋ ਬਿਕੋਜ਼ ਬਾਕੀ ਜਿਹੜੇ ਐਟਮਸ ਹਨ ਜਿਨ੍ਹਾਂ ਦਾ ਐਟੋਮਿਕ ਨੰਬਰ Z ਤੋਂ 1 ਤੋਂ ਜ਼ਿਆਦਾ ਹੈ, ਬਿਕੋਜ਼ ਹਾਈਡਰੋਜਨ ਦੇ ਲਈ Z ਇਜ਼ ਇਕੁਅਲ ਟੂ 1, ਲੇਕਿਨ ਇਸ ਤੋਂ ਅੱਗੇ ਵਾਲੇ ਜਿਹੜੇ ਐਲੀਮੈਂਟਸ ਹਨ ਉਹਨਾਂ ਦਾ ਜਿਹੜਾ Z ਹੈ ਦੈਟ ਇਜ਼ ਗ੍ਰੇਟਰ ਦੈਨ 1, ਬਿਕੋਜ਼ ਇਸ ਤੋਂ ਬਾਅਦ 2 3 4 5 ਇਹ ਸਾਰੀਆਂ ਵੈਲਿਊਜ਼ ਹੁੰਦੀਆਂ ਹਨ। ਲੇਕਿਨ ਇਹ ਜਿਹੜੀ ਥਿਊਰੀ ਹੈ ਦੈਟ ਇਜ਼ ਓਨਲੀ ਐਪਲੀਕੇਬਲ ਟੂ ਦ ਸਿੰਪਲ ਐਟਮ ਦੈਟ ਇਜ਼ ਹਾਈਡਰੋਜਨ। ਲੇਕਿਨ ਅਗਰ ਆਪਾਂ ਸੇਮ ਥਿਊਰੀ ਬਾਕੀ ਐਟਮਸ ਦੇ ਲਈ ਵੀ ਅਪਲਾਈ ਕਰਕੇ ਦੇਖੀਏ ਦੈਨ ਉਹ ਕੀ ਹੈ ਉੱਥੇ ਵੈਲਿਡ ਨਹੀਂ ਹੁੰਦੀ। ਸੋ ਦੈਟ ਇਜ਼ ਦ ਸਭ ਤੋਂ ਵੱਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਲਿਮਿਟੇਸ਼ਨ ਹੈ। ਦਿਸ ਥਿਊਰੀ ਇਜ਼ ਐਪਲੀਕੇਬਲ ਟੂ only the simple atom with Z is equal to 1. Z is equal to 1. So for example की है हाइड्रोजन, और बाकियां के लिए की है this is not valid. Next one. सो इस थ्योरी ਦੇ ਵਿੱਚ ਆਪਾਂ ਕੀ ਹੈ ਬਾਰ-ਬਾਰ ਗੱਲ ਕੀਤੀ ਸਰਕੂਲਰ ਆਰਬਿਟਸ ਦੀ। ਸੋ ਆਪਾਂ ਬੋਲਿਆ ਸਟੇਸ਼ਨਰੀ ਆਰਬਿਟਸ ਔਰ ਉਹ ਕੀ ਹਨ ਸਰਕੂਲਰ ਹਨ। ਲੇਕਿਨ ਇਹ ਥਿਊਰੀ ਕੋਈ ਐਕਸਪਲੇਨੇਸ਼ਨ ਨਹੀਂ ਦੇ ਪਾਈ ਕਿ ਜਿਹੜੀਆਂ ਆਰਬਿਟਸ ਹਨ ਦੇ ਮੇ ਬੀ ਐਲਿਪਟੀਕਲ ਆਲਸੋ। ਐਲਿਪਟੀਕਲ ਮੀਨਸ ਜਿਵੇਂ ਐਗ ਦੀ ਸ਼ੇਪ ਹੁੰਦੀ ਹੈ, ਸੋ ਐਲਿਪਸ ਇਸ ਤਰ੍ਹਾਂ। ਸੋ ਇਸ ਥਿਊਰੀ ਨੇ ਕੋਈ ਵੀ ਐਕਸਪਲੇਨੇਸ਼ਨ ਨਹੀਂ ਦਿੱਤੀ ਕਿ ਜੋ ਆਰਬਿਟਸ ਹਨ ਉਹ ਆਪਾਂ ਸਰਕੂਲਰ ਹੀ ਕਿਉਂ ਲੈ ਕੇ ਚੱਲਦੇ ਹਾਂ, ਐਲਿਪਟੀਕਲ ਆਰਬਿਟਸ क्यों नहीं आप लेके चल रहे, या फिर elliptical orbits possible क्यों नहीं हैं। So that is the second limitation. So this theory cannot tell why orbits are circular only, whereas elliptical orbits are also possible. Elliptical orbits are also possible. So ਇਸ ਤੋਂ ਬਾਅਦ ਥਰਡ ਲਿਮਿਟੇਸ਼ਨ। ਹੁਣ ਥਰਡ ਲਿਮਿਟੇਸ਼ਨ ਕੀ ਹੈ ਕਿ ਇਹ ਜਿਹੜੀ ਥਿਊਰੀ ਹੈ ਇਹ ਕੋਈ ਐਕਸਪਲੇਨੇਸ਼ਨ ਨਹੀਂ ਦੇ ਪਾਈ ਕਿਹਦੇ ਬਾਰੇ, ਦੈਟ ਇਜ਼ ਦ ਫਾਈਨ ਸਟਰਕਚਰ ਆਫ ਸਪੈਕਟਰਲ ਲਾਈਨ। ਸੋ ਆਪਾਂ ਸਪੈਕਟਰਲ ਲਾਈਨਸ ਦੇ ਬਾਰੇ ਪੜ੍ਹਿਆ ਹੈ, ਬੋਹਰ ਦੇ ਵੱਲੋਂ ਕੀ ਹੈ ਬਹੁਤ ਵਧੀਆ ਐਕਸਪਲੇਨੇਸ਼ਨ ਵੀ ਦਿੱਤੀ ਗਈ ਹੈ ਅਬਾਊਟ ਦ ਸਪੈਕਟਰਲ ਲਾਈਨਸ ਆਫ ਹਾਈਡਰੋਜਨ ਐਟਮ। ਉਹਦਾ ਓਰੀਜਨ ਵੀ ਦੱਸਿਆ ਬੋਹਰ ਨੇ ਔਰ ਉਹਦੀ ਐਕਸਪਲੇਨੇਸ਼ਨ ਵੀ ਦਿੱਤੀ ਕਿ ਉਹ ਕਿਉਂ ਓਰੀਜਿਨੇਟ ਹੁੰਦੀਆਂ ਹਨ ਔਰ ਕੀ ਐਕਸਪਲੇਨੇਸ਼ਨ ਹੈ ਉਹਨਾਂ ਬਾਰੇ, ਔਰ ਉਹਦੇ ਬਾਰੇ ਫਾਰਮੂਲਾ ਵੀ ਕੀ ਹੈ ਬੋਹਰ ਵੱਲੋਂ ਦਿੱਤਾ ਗਿਆ ਟੂ ਕੈਲਕੂਲੇਟ ਦ ਵੇਵ ਲੈਂਥ, ਐਨਰਜੀ, ਵੇਵ ਨੰਬਰਸ, ਸੋ ਔਨ। ਬਟ ਹੁਣ ਥਰਡ ਪੁਆਇੰਟ ਆਪਾਂ ਕੀ ਬੋਲ ਰਹੇ ਹਾਂ ਕਿ ਜਿਹੜੀ ਫਾਈਨ ਸਪਲਿਟਿੰਗ ਆਫ ਸਪੈਕਟਰਲ ਲਾਈਨਸ। ਫਾਈਨ ਸਪਲਿਟਿੰਗ ਆਫ ਸਪੈਕਟਰਲ ਲਾਈਨਸ ਕੀ ਹੈ ਕਿ ਜਿਹੜੀਆਂ ਹੁਣ ਆਪਾਂ ਸਪੈਕਟਰਲ ਲਾਈਨਸ ਪੜ੍ਹੀਆਂ ਹਨ, ਸੋ ਡਿਫਰੈਂਟ ਸੀਰੀਜ਼ ਦੇਖੀਆਂ ਲਾਈਮਨ, ਬਾਲਮਰ, ਪਾਸਟਨ, ਬ੍ਰੈਕਟ ਐਂਡ ਪੀ ਫੰਡ, ਉਹਦੇ ਵਿੱਚ ਵੀ ਜਿਹੜੀਆਂ ਆਪਣੇ ਕੋਲ ਸਪੈਕਟਰਲ ਲਾਈਨਸ ਹੁੰਦੀਆਂ ਹਨ ਉਹਨਾਂ ਦੀ ਵੀ ਫਰਦਰ ਕੀ ਹੈ ਸਪਲਿਟਿੰਗ ਹੁੰਦੀ ਹੈ। ਸਪਲਿਟਿੰਗ ਮੀਨਸ ਉਹ ਬ੍ਰੇਕ ਹੁੰਦੀਆਂ ਹਨ ਇਨਟੂ 2 or more components such that ਜਿਹੜੀ ਉਹਨਾਂ ਦੀ ਬ੍ਰੇਕਿੰਗ ਹੋਈ ਹੈ ਡਿਫਰੈਂਟ ਲਾਈਨਸ ਆ ਰਹੀਆਂ ਹਨ, ਉਹਨਾਂ ਦੇ ਵਿੱਚ ਜਿਹੜੀ ਵੇਵਲੈਂਥ ਹੁੰਦਾ ਹੈ, ਵੇਵਲੈਂਥ ਡਿਫਰੈਂਸ ਕੀ ਹੁੰਦਾ ਹੈ ਬਹੁਤ ਥੋੜਾ ਜਿਹਾ ਹੁੰਦਾ ਹੈ, ਲੇਕਿਨ ਉਹਨਾਂ ਦੀ ਐਕਚੁਅਲ ਸਪਲਿਟਿੰਗ ਹੋ ਰਹੀ ਹੈ। ਸੋ ਉਹਦੇ ਲਈ ਕੋਈ ਐਕਸਪਲੇਨੇਸ਼ਨ ਨਹੀਂ ਦੇ ਪਾਈ ਕਿਹੜੀ ਥਿਊਰੀ, ਦੈਟ ਇਜ਼ ਦ ਬੋਹਰਸ ਥਿਊਰੀ। ਸੋ ਇਹ ਕੀ ਹੈ ਆਪਣੀ ਥਰਡ ਲਿਮਿਟੇਸ਼ਨ। ਸੋ ਦਿਸ ਥਿਊਰੀ cannot give any explanation about the fine structure of spectral lines. Fine structure of spectral lines. Then अगली limitation वाल चलिए। अगली limitation की है that is this theory does not take into account the wave nature of electrons. So fourth limitation ਕੀ ਹੈ ਕਿ ਇਸ ਥਿਊਰੀ ਨੇ ਇਲੈਕਟ੍ਰॉन्स ਦੇ ਵੇਵ ਨੇਚਰ ਦੀ ਕੋਈ ਗੱਲ ਨਹੀਂ ਕੀਤੀ। ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੋ ਲਾਈਟ ਹੈ ਉਹਦਾ ਡੁਅਲ ਨੇਚਰ ਹੁੰਦਾ ਹੈ। ਡੁਅਲ ਨੇਚਰ ਮੀਨਸ ਦੋ ਤਰ੍ਹਾਂ ਦਾ, ਪਾਰਟੀਕਲ ਲਾਈਕ ਨੇਚਰ ਔਰ ਵੇਵ ਲਾਈਕ ਨੇਚਰ। ਪਾਰਟੀਕਲ ਲਾਈਕ ਨੇਚਰ ਮੀਨਸ ਜਿਵੇਂ ਆਪਾਂ ਲਾਈਟ ਨੂੰ ਬੋਲਦੇ ਹਾਂ ਕਿ ਪਾਰਟੀਕਲਸ
ਨੂੰ ਮਿਲ ਕੇ ਬਣੀ ਹੈ, ਬਿਕੋਜ਼ ਉਹਦੇ ਵਿੱਚ ਜਿਹੜਾ ਫੰਡਾਮੈਂਟਲ ਪਾਰਟੀਕਲ ਹੈ ਉਹ ਹੈ ਫੋਟੋਨ। ਸੋ ਉਹਦਾ ਪਾਰਟੀਕਲ ਲਾਈਕ ਨੇਚਰ ਵੀ ਹੈ, ਬਟ ਉਹਦਾ ਵੇਵ ਲਾਈਕ ਨੇਚਰ ਵੀ ਹੈ ਕਿਹਦਾ, ਲਾਈਟ ਦਾ। ਹੁਣ ਵੇਵ ਲਾਈਕ ਨੇਚਰ ਕੀ ਹੈ, ਐਕਚੁਅਲ 'ਚ ਵੇਵ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਡਿਸਟਰਬੈਂਸ ਜੋ ਇੱਕ ਮੀਡੀਅਮ 'ਚ ਕੀ ਹੈ ਟਰੈਵਲ ਹੋ ਰਹੀ ਹੈ ਥਰੂ ਦ ਵਾਈਬ੍ਰੇਟਿੰਗ ਪਾਰਟੀਕਲਸ। ਸੋ ਹੁਣ ਜੋ ਇਲੈਕਟ੍ਰॉन्स ਹਨ, ਸੋ ਇਸ ਥਿਊਰੀ ਨੇ ਕੀ ਕੰਸੀਡਰ ਕੀਤਾ ਕਿ ਜੋ ਇਲੈਕਟ੍ਰॉन्स ਹਨ ਦੇ ਬਿਹੇਵ ਲਾਈਕ ਪਾਰਟੀਕਲਸ ਓਨਲੀ। ਸੋ ਇਸ ਥਿਊਰੀ ਦੇ ਵਿੱਚ ਜਿਹੜਾ ਉਹਨਾਂ ਦਾ ਵੇਵ ਨੇਚਰ ਹੈ ਇਲੈਕਟ੍ਰॉन्स ਦਾ, ਉਹਨੂੰ ਬਿਲਕੁਲ ਵੀ ਕੰਸੀਡਰ ਨਹੀਂ ਕੀਤਾ ਗਿਆ। ਜਸਟ ਇਹੀ ਕੰਸੀਡਰ ਕਰਕੇ ਚੱਲਿਆ ਗਿਆ ਦੈਟ ਇਲੈਕਟ੍ਰॉन्स ਦੇ ਆਰ ਓਨਲੀ ਪਾਰਟੀਕਲਸ, ਬਟ ਉਹਨਾਂ ਦਾ ਵੇਵ ਨੇਚਰ ਕੀ ਹੈ ਉਹਦੇ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਇਸ ਥਿਊਰੀ ਦੇ ਵਿੱਚ। ਦੈਨ ਦ ਨੈਕਸਟ ਲਿਮਿਟੇਸ਼ਨ, so last fifth limitation, that is this theory does not give any information about the relative intensities of spectral lines. सो एक ही है अपनी लास्ट लिमिटेशन। सो एक ही दस रही है द रिलेटिव इंटेंसिटीज ऑफ स्पैक्ट्रल लाइन्स। सो बाकी दा लाइन बहुत क्लीयर है। हुण मेन ये वर्ड्स हैं रिलेटिव इंटेंसिटी की है। सो रिलेटिव इंटेंसिटी मीनस कि एट एनी पर्टिकुलर फ्रीकुएंसी, सो जिमें कि आप देखा कि लोअर टू हायर ऑर्बिट जा रहा है, देन एनर्जी की है, एनर्जी इमिट हो रही है, और अपने को जी एनर्जी इमिट हो रही है आप लिखते हैं एच न्यू, मतलब आप फ्रीकुएंसी की गल करते हैं। सो एट एनी पर्टिकुलर फ्रीकुएंसी अपने को कितनी स्पैक्ट्रल लाइन्स या फिर कितनी ट्रांजिशंस हो रही हैं बिटवीन दोज टू लेवल्स, दैट टेल्स अस अबाउट द रिलेटिव इंटेंसिटी। मतलब नंबर ऑफ एब्जॉर्प्शंस या फिर नंबर ऑफ एमिशंस उस पर्टिकुलर फ्रीकुएंसी के उपर कितनियां हो रही हैं, वो आपां नूं की दसदा है, दैट टेल्स अस किहड़ी टर्म के बारे अबाउट द रिलेटिव इंटेंसिटी। सो इस थ्योरी ने की है कोई इन्फॉर्मेशन नहीं दी कि बारे द रिलेटिव इंटेंसिटीज ऑफ द स्पैक्ट्रल लाइन्स मीनस एट एनी पर्टिकुलर वेवलेंथ कितनियां नंबर ऑफ एब्जॉर्प्शंस होणगियां या फिर कितनियां नंबर ऑफ इमिशंस होणगियां, और अपने को इंटेंसिटी कितनी आएगी स्पैक्ट्रल लाइन की। सो ये सी अपनियां कुछ लिमिटेशंस ऑफ बोहर्स थ्योरी। सो वन बाय वन आप डिस्कस कीतियां। हुण नैक्सट इस तो बाद आप अगे चलिए। सो इस तो बाद अपना नैक्सट टॉपिक, सो ऑलमोस्ट अपना इस चैप्टर का लास्ट टॉपिक भी है, जस्ट आप कुछ टर्म्स डिस्कस करांगे। द टर्म्स आर, वन इज आयनाइजेशन पोटेंशियल और एक की है एक्साइटेशन पोटेंशियल। सो टॉपिक नेम इज एक्साइटेशन पोटेंशियल, एक्साइटेशन एंड आयनाइजेशन पोटेंशियल्स। सो बहुत ही सिंपल जी टर्म्स हैं, बहुत सिंपल जी डेफिनेशंस हैं। हम पहले आप एक्साइटेशन की गल करिए। सो एक्साइटेशन की है, नाम तो ही बहुत क्लीयर है पहले तो। हुण जो कोई एक इलैक्ट्रॉन एनर्जी एब्जॉर्ब कर रहा है, दैन दो केसिस पॉसिबल हैं। दो केसिस दे विचों अगर आप पहले केस की गल करिए, पहला केस तो की हो सकता है कि जो इलैक्ट्रॉन है अंदर वाली ऑर्बिट्स के विच प्रेजेंट है, जो उन्हें एनर्जी एब्जॉर्ब की, दैन एनर्जी एब्जॉर्ब करके वो बाहर वाली ऑर्बिट्स के विच की है जंप करेगा। सो मान लो पहली ऑर्बिट दे विच है, उन्होंने आप की बोलेंगे दैट इज़ द ग्राउंड स्टेट। ग्राउंड स्टेट तो की है, जब उन्हें एनर्जी एब्जॉर्ब की बाहर वाली ऑर्बिट्स दे विच उन्हें की कीता, ट्रांजिशन की या फिर जंप किया। सो जंप करके वो जी स्टेट्स पहुँच गया, उन्होंने आप की बोलते हैं दैट इज़ कॉल्ड द एक्साइटेड स्टेट। देन एक्साइटेशन पोटेंशियल की होएगा। सो पहले मैंने डिफाइन कर देवा, देन आप देखिए एक्साइटेशन पोटेंशियल इज़ द मिनिमम, मिनिमम मीनस घट तो घट जितना चाहिए है, मिनिमम एसलरेटिंग। एसलरेटिंग मीनस उन्हें लोअर ऑर्बिट तो हायर ऑर्बिट वाल लेके जाना है इलैक्ट्रॉन नू। एसलरेटिंग पोटेंशियल, सो पोटेंशियल बारे तुसी यूनिट 1 च पढ़िया है। मिनिमम एसलरेटिंग पोटेंशियल विच प्रोवाइड electron the energy sufficient to, sufficient means काफी है, sufficient to jump from inner orbit to one of the higher orbits, higher orbits. So that is called
ਉਹਨੂੰ ਆਪਾਂ ਕੀ ਬੋਲਦੇ ਹਾਂ, that is called the excitation potential. ਸੋ ਡੈਫੀਨੇਸ਼ਨ ਨੂੰ ਪੜ੍ਹ ਕੇ ਹੀ ਅਗਰ ਆਪਾਂ ਸਮਝੀਏ, the minimum accelerating potential, ਸੋ ਘੱਟ ਤੋਂ ਘੱਟ ਕਿੰਨਾ potential ਕੀ ਹੈ ਆਪਾਂ ਪ੍ਰੋਵਾਈਡ ਕਰਾਈਏ ਤਾਂ ਕਿ ਜਿਹੜਾ ਇਲੈਕਟ੍ਰੋਨ ਹੈ ਐਸਲਰੇਟ ਹੋ ਸਕੇ, which provide electron sufficient energy. ਸੋ ਆਪਾਂ potential ਪ੍ਰੋਵਾਈਡ ਕਰਾਵਾਂਗੇ, ਉਹਦੇ ਨਾਲ ਐਕਚੁਅਲ ਦੇ ਵਿੱਚ ਇਲੈਕਟ੍ਰੋਨ ਕੀ ਹੈ એનર્ਜੀ ਅਬਜ਼ੌਰਬ ਕਰੇਗਾ, એનર્ਜੀ ਇੰਨੀ ਕੁ ਅਬਜ਼ੌਰਬ ਕਰ ਲਵੇ ਸੋ ਦੈਟ ਉਹ ਆਪਣੀ ਅੰਦਰ ਵਾਲੀ ਕਿਸੇ ਆਰਬਿਟ 'ਚੋਂ ਜੰਪ ਕਰਕੇ ਬਾਹਰ ਵਾਲੀ ਕਿਸੇ ਆਰਬਿਟ 'ਚ ਪਹੁੰਚ ਜਾਏ, then that potential ਜੋ ਆਪਾਂ ਮਿਨੀਮਮ potential ਪ੍ਰੋਵਾਈਡ ਕਰਾਇਆ ਹੈ ਉਹਨੂੰ ਆਪਾਂ ਬੋਲਾਂਗੇ excitation potential. ਸੋ ਬਹੁਤ ਸਿੰਪਲ ਜੀ ਚੀਜ਼ ਹੈ, ਗਰਾਊਂਡ ਸਟੇਟ ਤੋਂ ਐਕਸਾਈਟਿਡ ਸਟੇਟ ਤੇ ਚਲਾ ਗਿਆ, ਜੋ potential ਮਿਨੀਮਮ potential ਪ੍ਰੋਵਾਈਡ ਕੀਤਾ ਗਿਆ ਉਹਨੂੰ ਆਪਾਂ ਕੀ ਬੋਲਾਂਗੇ, that is the excitation potential. ਆਲਸੋ ਇੱਕ ਐਟਮ ਦੇ ਲਈ ਜਿਹੜਾ excitation potential ਹੈ ਉਹ ਵੇਰੀ ਕਰ ਸਕਦਾ ਹੈ, ਕਿਸ ਤਰ੍ਹਾਂ, ਬਿਕੋਜ਼ ਅਗਰ ਗਰਾਊਂਡ ਸਟੇਟ ਤੋਂ ਫਸਟ ਗਰਾਊਂਡ ਸਟੇਟ ਮੀਨਸ n is equal to 1, ਅਗਰ ਦੂਜੀ ਸਟੇਟ ਤੇ ਜਾ ਰਿਹਾ ਹੈ, ਦੂਜੇ ਸਟੇਸ਼ਨਰੀ ਆਰਬਿਟ 'ਚ ਜਾ ਰਿਹਾ ਹੈ, ਉਹਦੇ ਲਈ ਕੀ ਹੈ, ਇਹਦੀ ਵੈਲਿਊ ਡਿਫਰੈਂਟ ਹੋਏਗੀ, ਥਰਡ ਤੇ ਜਾ ਰਿਹਾ ਹੈ ਉਹਦੇ ਲਈ ਇਹਦੀ ਵੈਲਿਊ ਡਿਫਰੈਂਟ ਹੋਏਗੀ, ਅਪ ਟੂ ਸੋ ਔਨ, ਇਸੇ ਤਰ੍ਹਾਂ ਇਹਦੀ ਵੈਲਿਊ ਕੀ ਹੈ, ਚੇਂਜ ਹੁੰਦੀ ਜਾਂਦੀ ਹੈ. ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਐਟਮ ਦੇ ਲਈ ਜਿਹੜਾ ਐਕਸਾਈਟੇਸ਼ਨ ਪੋਟੈਂਸ਼ੀਅਲ ਹੈ that is constant ਨਹੀਂ ਹੈ, ਬਿਕੋਜ਼ ਉਹ ਕੀ ਹੈ, n ਦੀ ਵੈਲਿਊ ਤੇ ਡਿਪੈਂਡ ਕਰਦਾ ਹੈ ਕਿ ਕਿਹੜੀ ਆਰਬਿਟ ਦੇ ਵਿੱਚ ਜਾ ਕੇ ਇਲੈਕਟ੍ਰੋਨ ਨੇ ਜੰਪ ਕੀਤਾ. ਨੈਕਸਟ ਹੈ that is ਆਇਨਾਈਜੇਸ਼ਨ ਪੋਟੈਂਸ਼ੀਅਲ. ਸੋ ਆਇਨਾਈਜੇਸ਼ਨ ਪਹਿਲਾਂ ਤਾਂ ਇਹਦਾ ਮਤਲਬ ਕੀ ਹੈ, ਆਇਨਾਈਜੇਸ਼ਨ ਮੀਨਸ ਕਿ ਇੱਕ ਇਲੈਕਟ੍ਰੋਨ ਹੈ ਜੋ ਬਾਹਰ ਵਾਲੀ ਆਰਬਿਟਸ ਦੇ ਵਿੱਚ ਪ੍ਰੈਜ਼ੈਂਟ ਹੈ, ਸੋ ਉਹਨੂੰ ਇੰਨੀ ਕੁ એનર્ਜੀ ਪ੍ਰੋਵਾਈਡ ਕਰਾ ਦਿੱਤੀ ਜਾਵੇ, એનર્ਜੀ ਅਬਜ਼ੌਰਬ ਕਰਵਾ ਕੇ ਕਰਕੇ ਉਹ ਕੀ ਕਰੇਗਾ, ਉਸ ਆਰਬਿਟ ਨੂੰ ਛੱਡ ਕੇ ਬਾਹਰ ਆ ਜਾਏਗਾ. ਸੋ ਐਟਮ ਨੂੰ ਛੱਡ ਕੇ ਇਲੈਕਟ੍ਰੋਨ ਜਦ ਬਾਹਰ ਆ ਰਿਹਾ ਹੈ ਫਰੋਮ ਦ ਆਊਟਰ ਆਰਬਿਟਸ ਆਫ ਦ ਐਟਮ, ਉਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਆਇਨਾਈਜੇਸ਼ਨ. ਔਰ ਉਹਦੇ ਲਈ ਜਿਹੜਾ ਮਿਨੀਮਮ ਐਸਲਰੇਟਿੰਗ ਪੋਟੈਂਸ਼ੀਅਲ ਰਿਕੁਆਇਰਡ ਹੈ ਉਹਨੂੰ ਆਪਾਂ ਕੀ ਬੋਲਾਂਗੇ, that will be called as the ionization potential. ਸੋ ਸਿਮਿਲਰਲੀ ਮੈਂ ਇਹਨੂੰ ਵੀ ਇੱਥੇ ਡਿਫਾਈਨ ਕਰਦਾ, ਇਸੇ ਤਰ੍ਹਾਂ ਡਿਫਾਈਨ ਕਰਾਂਗੇ the minimum accelerating potential. ਸੋ ਬਿਲਕੁਲ ਸੇਮ ਤਰੀਕੇ ਨਾਲ ਹੀ ਡਿਫਾਈਨ ਕਰ ਰਹੀ ਹਾਂ ਮੈਂ, minimum accelerating potential which provide electron energy sufficient to leave the atom from one of its outer orbits. ਸੋ ਇੱਕ ਵਾਰ ਫੇਰ ਡਿਫਾਈਨ ਕਰਾਂ ਕਿ ਬਾਹਰ ਵਾਲੀ ਆਰਬਿਟ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਉਹਨੂੰ ਇੰਨੀ ਜ਼ਿਆਦਾ એનર્ਜੀ ਆਪਾਂ ਸਪਲਾਈ ਕਰ ਦਿੱਤੀ ਸੋ ਦੈਟ ਉਹਨੇ ਉਹ એનર્ਜੀ ਅਬਜ਼ੌਰਬ ਕਰਕੇ ਕੀ ਕੀਤਾ, ਉਸ ਐਟਮ ਨੂੰ ਛੱਡ ਕੇ ਬਾਹਰ ਚਲਾ ਗਿਆ, then that process is the ionization. ਔਰ ਜਿੰਨੀ એનર્ਜੀ ਉਹ ਅਬਜ਼ੌਰਬ ਕਰ ਰਿਹਾ ਹੈ that is ionization energy. ਬਟ ਜਿਹੜਾ ਮਿਨੀਮਮ ਐਸਲਰੇਟਿੰਗ ਪੋਟੈਂਸ਼ੀਅਲ ਆਪਾਂ ਬਾਹਰੋਂ ਉਹਨੂੰ ਦੇ ਰਹੇ ਹਾਂ ਤਾਂ ਕਿ ਉਹ એનર્ਜੀ ਅਬਜ਼ੌਰਬ ਕਰ ਸਕੇ, ਉਸ ਪੋਟੈਂਸ਼ੀਅਲ ਨੂੰ ਆਪਾਂ ਕੀ ਨਾਮ ਦਿੱਤਾ ਹੈ, that is called the ionization potential. ਸੋ ਅਗਰ ਰਿਲੇਟ ਕਰੀਏ ਇਸ ਕੇਸ ਦੇ ਵਿੱਚ ਆਪਾਂ ਕੀ ਬੋਲਿਆ, ਐਕਸਾਈਟੇਸ਼ਨ ਪੋਟੈਂਸ਼ੀਅਲ ਇੱਕ ਐਟਮ ਦੇ ਲਈ ਡਿਫਰੈਂਟ ਹੋ ਸਕਦਾ ਹੈ, ਬਿਕੋਜ਼ ਉਹ ਡਿਪੈਂਡ ਕਰਦਾ ਹੈ ਕਿ ਇਲੈਕਟ੍ਰੋਨ ਜੰਪ ਕਰਕੇ ਕਿਹੜੀ ਆਰਬਿਟ ਤੇ ਗਿਆ. ਬਟ ਇਹਦੇ ਲਈ ਫॉर ਐਨੀ ਸਿੰਗਲ ਐਲੀਮੈਂਟ ਜਿਹੜਾ ਆਇਨਾਈਜੇਸ਼ਨ ਪੋਟੈਂਸ਼ੀਅਲ ਹੁੰਦਾ ਹੈ ਉਹਦੀ ਵੈਲਿਊ ਕਾਂਸਟੈਂਟ ਹੁੰਦੀ ਹੈ ਔਰ ਚੇਂਜ ਨਹੀਂ ਹੁੰਦੀ. ਸੋ ਇਹ ਆਪਣੀ ਜਸਟ ਸਿੰਪਲ ਜੀ ਡਿਸਕਸ਼ਨ ਸੀ, ਦੋ ਟਰਮ ਸੀ, that is the excitation and ionization potential. ਸੋ ਇਹਦੇ ਨਾਲ ਆਪਣਾ ਇਹ ਚੈਪਟਰ ਆਲਮੋਸਟ ਇਹਦਾ ਥਿਊਰੀ ਪਾਰਟ ਆਪਣਾ ਕਵਰ ਹੋ ਚੁੱਕਾ ਹੈ. ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਨਿਊਮੈਰੀਕਲਸ ਦੀ. ਸੋ ਆਪਾਂ ਨੈਕਸਟ ਲੈਕਚਰਸ ਕੰਟੀਨਿਊ ਕਰਾਂਗੇ. ਅੱਜ ਦੇ ਲਈ ਫਿਲਹਾਲ ਇੰਨਾ ਹੀ ਕੰਮ. ਥੈਂਕ ਯੂ.